अजकल जी प्रैस आ ये इतिहास बन जाती है ਜਦੋਂ ਕਿ ਰਿਕਾਰਡਿੰਗ ਹੋ ਜਾਂਦੀ ਹੈ। ਪਹਿਲੋਂ ਹੁੰਦਾ ਸੀਗਾ ਅਖਬਾਰਾਂ ਵਿੱਚ ਨਹੀਂ ਪਤਾ ਲੱਗਦਾ, ਹੁਣ ਇਤਿਹਾਸ ਬਣ ਜਾਂਦੀ ਹੈ। ਤੁਸੀਂ ਮੇਰੀ ਪਿਛਲੀ ਬਾਈਟ ਕੱਢ ਕੇ ਵੇਖ ਲਓ, ਮੈਂ ਗੱਲ ਕਹੀ ਸੀਗੀ ਇਲੈਕਸ਼ਨ 'ਚ ਸਾਡਾ ਜੋ ਵੀ ਰਿਜ਼ਲਟ ਆਵੇ, ਪਰ ਇਲੈਕਸ਼ਨ ਤੋਂ ਬਾਅਦ ਵਿੱਚ ਘਰ ਘਰ ਝੰਡਾ ਲਾਉਂਗਾ ਮੈਂ ਭਾਜਪਾ ਦਾ। ਇਹ ਰਿਕਾਰਡ ਕੱਢ ਕੇ ਵੇਖ ਲਓ, ਮੈਂ ਕਿਹਾ ਸੀਗਾ। ਕੀ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਲੰਮੇ ਚਿਰ ਤੋਂ ਜੇਲ੍ਹ 'ਚ ਨੇ, ਉਹਦਾ ਵੀ ਇੰਪੈਕਟ ਪੈਂਦਾ ਹੋਇਆ ਨਜ਼ਰ ਤਾਂ ਨਹੀਂ ਆ ਰਿਹਾ? ਬੜਾ ਚੰਗਾ ਸਵਾਲ ਪੁੱਛਿਆ ਤੁਸੀਂ। ਇਹਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਵੀ ਆਏ ਆ, ਕਾਂਗਰਸ ਨੂੰ ਛੱਡ ਕੇ ਵੀ ਆਏ ਆ, ਆਪ ਨੂੰ ਛੱਡ ਕੇ ਵੀ ਆਏ ਆ। ਚੰਗੀ ਗੱਲ ਕੀ ਆ ਕਿ ਤਿੰਨਾਂ ਪਾਰਟੀ ਦੇ ਲੋਕਾਂ ਦਾ ਵਿਸ਼ਵਾਸ ਭੰਗ ਹੋ ਗਿਆ ਉਹਨਾਂ ਪਾਰਟੀਆਂ ਤੋਂ ਜਿਨ੍ਹਾਂ ਨੇ ਯੂਪੀ ਵਿੱਚੋਂ ਗੈਂਗਸਟਰਵਾਦ ਖਤਮ ਕੀਤਾ ਹੈ। ਜੇ ਤੁਸੀਂ ਪਿੱਛੇ ਝਾਤੀ ਮਾਰੋ, ਨਰਸਰੀ ਕਿੱਥੇ, ਸ਼ੁਰੂਆਤ ਕਿੱਥੋਂ ਹੋਈ ਗੈਂਗਸਟਰਵਾਦ ਦੀ? ਇਹ ਹੋਈ ਆ ਯੂਪੀ ਤੋਂ। ਯੂਪੀ ਕਿਤੇ ਫੋਨ ਕਰਕੇ ਵੇਖੋ ਕਿਸ ਨੂੰ ਅੱਜ ਕਿਤੇ ਗੈਂਗਸਟਰਵਾਦ ਹੈਗਾ ਉੱਥੇ। ਤੇ ਪੰਜਾਬ ਵਿੱਚ ਹਰ ਗਲੀ 'ਚ ਨਸ਼ਾ ਆ, ਕਿੰਨੀਆਂ ਮੌਤਾਂ ਹੁੰਦੀਆਂ ਨੇ। ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਕੇਜਰੀਵਾਲ ਜੀ ਮੈਥ ਦਾ ਹਿਸਾਬ ਕੱਢਦੇ ਸੀਗੇ, ਰੇਤ ਦਾ ਹੋਰ ਇੱਧਰ ਉੱਧਰ ਦਾ, ਉਹ ਕਿੱਥੇ ਗਿਆ ਕੈਲਕੂਲੇਟਰ? ਇੰਟਰਵਿਊ ਦਾ ਦੱਸ ਦੇਗੇ। ਹੁਣ ਜਿਹੜਾ ਇਹ ਕਹਿੰਦਾ ਜਹਾਜ਼ ਪਰ ਵਾਪਸ ਲਿਆਉਣੇ ਆ, ਕੋਈ ਇਹਨੂੰ ਛੱਡੋ ਤੁਸੀਂ ਜੀ, ਕੋਈ ABC ਕਿਸੇ ਨੂੰ ਪੁੱਛ ਕੇ ਦੱਸੋ ਜਿਹੜੀ ਅਰਾਜਕਤਾ ਜਿੰਨਾ ਦਹਿਸ਼ਤ ਆ, ਕੋਈ ਬਾਹਰੋਂ ਅੰਦਰ ਇੱਥੇ ਆਉਣ ਤਿਆਰ ਹੈਗਾ? ਜਦੋਂ ਨਵੀਂ ਕਾਰ ਲੈ ਦਈਏ ਨਾ ਗੁਰਪ੍ਰੀਤ ਜੀ, ਤੇ ਡਰਾਈਵਰ ਨੂੰ ਜਾਂਚ ਨਾ ਹੋਵੇ, ਉਹ ਟਾਲੀ ਮਾਰ ਦਿੰਦਾ ਆ। ਉਹ ਹਾਲ ਆਪ ਪਾਰਟੀ ਦਾ ਆ। ਇਹਨਾਂ ਨੂੰ ਸਰਕਾਰ ਚਲਾਉਣ ਦੀ ਜਾਂਚ ਨਹੀਂ ਹੈਗੀ। ਗੱਡੀ ਨਵੀਂ ਮਿਲ ਗਈ, ਸਰਕਾਰ ਮਿਲ ਗਈ ਆ, ਪਰ ਚਲਾਉਣ ਦੀ ਜਾਂਚ ਨਹੀਂ। ਕਦੀ ਰੂੜੀ ਚਾੜ ਦਿੰਦੇ, ਕਦੀ ਇਹ ਟਾਲੀ ਮਾਰ ਦਿੰਦੇ ਆ। ਇਹ ਪੁਲਿਸ ਦਾ ਤੇ ਸਰਕਾਰ ਦਾ ਕੰਮ ਆ ਹਰ ਨਾਗਰਿਕ ਨੂੰ ਸਿਕਿਉਰਿਟੀ ਪ੍ਰਦਾਨ ਕਰਨਾ। ਇੱਥੇ ਇੰਟੈਲੀਜੈਂਸ ਕਿੱਥੇ ਗਈ ਜੀ? ਇਹਨੇ ਹਥਿਆਰ ਆ ਗਏ, ਉਹਦੀ ਰੇਕੀ ਹੋ ਗਈ ਆ, ਉਹਦੇ ਚੜ੍ਹ ਕੇ ਆ ਗਏ, ਉਹਨੂੰ ਮਾਰ ਦਿੱਤਾ ਗਿਆ ਵਾ। ਇੰਟੈਲੀਜੈਂਸ ਦੀ ਕਿੰਨੀ ਤਨਖਾਹ ਤੁਹਾਨੂੰ ਪਤਾ ਕਿੰਨਾ ਬੈਠਾ ਇੰਟੈਲੀਜੈਂਸ ਦਾ ਜੀ? ਦਫ਼ਤਰ ਤੇ ਖੁਦ ਅਟੈਕ ਹੋ ਗਿਆ ਸੀਗਾ ਰੋਕਟ। ਮੈਂ ਉਹੀ ਕਹਿਣ ਡਿਆ ਕਿ ਫਲੋਪ ਸਰਕਾਰ ਆ ਨਾ। 2024 'ਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ? ਗੁਰਪ੍ਰੀਤ ਜੀ ਤੁਹਾਡੇ ਚੈਨਲ ਨੇ ਦੱਸਣਾ, ਕੱਲ੍ਹ ਫਿਰ ਮਿਲਣਾ ਆਪਾਂ ਇੱਦਾਂ ਹੀ ਸ਼ਾਮਲ ਕਰਾਉਣੇ, ਡੇਲੀ ਸ਼ਾਮਲ ਕਰਾਉਣੇ। ਜਿਹੜੀ ਗਾਂ ਤੁਸੀਂ ਅੱਗੇ ਦਿਨ ਪੁੱਛੀ ਆ, ਤੁਹਾਨੂੰ ਰੋਜ਼ ਗਰਮੀ ਦਾ ਮੌਸਮ ਆ, ਤੁਹਾਨੂੰ ਬੇਨਤੀ ਆ ਤਾਂ ਰੋਜ਼ ਆਉਣਾ ਪੈਣਾ ਵਾ। ਠੰਡਾ ਮੌਸਮ ਹਰ ਰੋਜ਼ ਤੁਹਾਨੂੰ ਵਿਖਾਵਾਂਗੇ, 1 ਤੋਂ 2 ਪਿੰਡ ਵਿੱਚ ਹਰ ਰੋਜ਼ ਸ਼ਾਮਲ ਕਰਾਇਆ ਕਰਾਂਗੇ। ਪਹਿਲੀ ਵਾਰ ਅਰੁਣ ਜੇਤਲੀ ਨੂੰ ਹਰਾ ਕੇ ਭੇਜਿਆ ਤਾਂ ਉਦੋਂ ਲੋਕੀ ਕਹਿੰਦੇ ਸੀਗੇ ਕਿ ਪੈਰਾਂ ਤੇ ਕੁਹਾੜੀ ਮਾਰ ਲਈ। ਦੂਸਰੀ ਵਾਰ ਕਹਿੰਦੇ ਹਰਦੀਪ ਸਿੰਘ ਪੁਰੀ ਹੋਣਾ ਨੂੰ ਹਰਾ ਕੇ ਭੇਜਿਆ ਤੇ ਕੁਹਾੜੀ ਮਾਰ ਲਈ। ਤੀਸਰੀ ਵਾਰ ਤੁਸੀਂ ਕਹਿੰਦੇ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹ ਪਹੁੰਚੇ ਸੀਗੇ, ਉਹ ਨਹੀਂ ਹੋਏ ਤਾਂ ਤੀਸਰੀ ਵਾਰ ਕੁਹਾੜੀ ਮਾਰ ਲਈ। ਇਹੀ ਕਹਿਣਾ ਚਾਹੁੰਦੇ ਜਿਹੜੇ ਕਹਿੰਦੇ ਸੀ ਕਿ ਅਸੀਂ ਤੇ 8 ਦਿਨ ਦੇ ਵਿੱਚ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਖਤਮ ਕਰ ਦਿੱਤੀ ਤੇ 60 ਦਿਨਾਂ ਬਾਅਦ ਉਹਨਾਂ ਦਾ ਆਪਣਾ ਕੈਬਨਿਟ ਮੰਤਰੀ ਫੜਿਆ ਜਾਵੇ। ਇਹ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੀ ਹੋ ਸਕਦੀ ਆ? ਜਿਹੜੀ ਕਾਂਗਰਸ ਦੇ ਪਾਰਟੀ ਦੇ ਅੱਛੇ ਹੋਣੀ ਆ ਜਾਂ ਇਹ ਤਲਵੀਰ ਹੋਣੀ ਅਕਾਲੀ ਦਲ ਵਾਲੇ ਆ, ਇਹਦਾ ਮਤਲਬ ਉਹਨਾਂ ਨੂੰ ਇਹਨਾਂ ਨਾਲੋਂ ਫਿਰ ਭਾਰਤੀ ਜਨਤਾ ਪਾਰਟੀ ਦੇ ਵਿਸ਼ਵਾਸ ਹੈ ਕਿ ਇੱਥੇ ਗਵਰਨਰ ਰਾਜ ਲਾ ਦਿਓ ਜੀ। ਪੰਜਾਬ ਵਿੱਚ 2024 ਦੀਆਂ ਤਿਆਰੀਆਂ ਹੁਣ ਭਾਜਪਾ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਸ਼ੁਰੂਆਤ ਜਿਹੜੀ ਕੀਤੀ ਗਈ ਹੈ ਉਹ ਮਜੀਠਾ ਹਲਕੇ ਤੋਂ ਕੀਤੀ ਗਈ, ਕਿਉਂਕਿ ਮਜੀਠੇ ਵਿੱਚ ਬਿਕਰਮ ਸਿੰਘ ਮਜੀਠੀਆ, ਜਿਸ ਨੂੰ ਕਿ ਅਕਾਲੀ ਦਲ ਦਾ ਥੰਮ ਕਿਹਾ ਜਾਂਦਾ ਸੀ, ਉਸ ਨੂੰ ਸੁੱਟਣ ਦੀ ਜਿਹੜੀ ਕੋਸ਼ਿਸ਼ ਹੁਣ ਬੀਜੇਪੀ ਵੱਲੋਂ ਕੀਤੀ ਜਾਂਦੀ। ਕਿਸੇ ਸਮੇਂ ਬੀਜੇਪੀ ਤੇ ਅਕਾਲੀ ਦਲ ਇਕੱਠੇ ਇੱਥੇ ਚੋਣ ਲੜਦੇ ਸਨ, ਲੇਕਿਨ ਅਕਸਰ ਹੀ ਹੁਣ ਜੋ ਖਟਾਸ ਵਿੱਚ ਆਈ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਬਹੁਤ ਸਾਰੇ ਵਾਦ ਵਿਵਾਦ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਅੱਜ ਭਾਜਪਾ ਵਿੱਚ 30 ਤੋਂ ਵੱਧ ਜਿਹੜੇ ਪਰਿਵਾਰ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਅਲੱਗ-ਅਲੱਗ ਪਾਰਟੀਆਂ ਨੂੰ ਛੱਡ ਕੇ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ। ਲਗਾਤਾਰ ਹੀ ਜੋ ਸਰਕਾਰਾਂ ਵੱਲੋਂ ਬੀਤੇ ਸਮੇਂ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਉਹਨਾਂ ਤੋਂ ਵੀ ਕਾਫੀ ਲੋਕ ਨਾਰਾਜ਼ ਨੇ, ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਜਿਹੜੀ ਸੀ ਕਿ ਬਰਕਰਾਰ ਰੱਖਣ ਦੀ ਗੱਲ ਕੀਤੀ ਜਾ ਰਹੀ ਸੀ, ਲੇਕਿਨ ਕਿਤੇ ਨਾ ਕਿਤੇ ਫੇਲੀਅਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਦੀਪ ਜੀ ਸਾਡੇ ਨਾਲ ਮੌਜੂਦ ਨੇ। ਪ੍ਰਦੀਪ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਇਲੈਕਸ਼ਨ ਵੀ ਲੜੀ ਹੈ, ਉਦੋਂ ਦੇ ਮਾਹੌਲ 'ਚ ਤੇ ਹੁਣ ਦੇ ਮਾਹੌਲ 'ਚ ਤੁਹਾਨੂੰ ਕਿੰਨਾ ਫਰਕ ਲੱਗਦਾ ਹੈ? ਔਰ ਕਿਸੇ ਸਮੇਂ ਅਸੀਂ ਦੇਖਦੇ ਸੀਗੇ ਕਿ ਜੋ ਮਜੀਠੇ ਹਲਕੇ ਵਿੱਚ ਬੀਜੇਪੀ ਬਿਲਕੁਲ ਖਤਮ ਹੋ ਗਈ ਸੀਗੀ, ਤੁਸੀਂ ਦੁਬਾਰਾ ਤੋਂ ਉਹਨੂੰ ਸਰਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਗੁਰਪ੍ਰੀਤ ਜੀ, ਇਲੈਕਸ਼ਨ ਦੌਰਾਨ ਤੁਸੀਂ ਮੇਰੇ ਨਾਲ ਇੰਟਰਵਿਊ ਕਰਦੇ ਰਹੇ ਹੋ। ਇਹ ਅੱਜ ਕੱਲ੍ਹ ਜਿਹੜੀ ਪ੍ਰੈਸ ਆ ਇਹ ਇਤਿਹਾਸ ਬਣ ਜਾਂਦੀ ਆ ਜਦੋਂ ਕਿ ਰਿਕਾਰਡਿੰਗ ਹੋ ਜਾਂਦੀ ਆ। ਪਹਿਲੋਂ ਹੁੰਦਾ ਸੀਗਾ ਅਖਬਾਰਾਂ ਵਿੱਚ ਨਹੀਂ ਪਤਾ ਲੱਗਦਾ, ਹੁਣ ਇਤਿਹਾਸ ਬਣ ਜਾਂਦੀ ਆ। ਤੁਸੀਂ ਮੇਰੀ ਪਿਛਲੀ ਬਾਈਟ ਕੱਢ ਕੇ ਵੇਖ ਲਓ, ਮੈਂ ਗੱਲ ਕਹੀ ਸੀਗੀ ਇਲੈਕਸ਼ਨ 'ਚ ਸਾਡਾ ਜੋ ਵੀ ਰਿਜ਼ਲਟ ਆਵੇ, ਪਰ ਇਲੈਕਸ਼ਨ ਤੋਂ ਬਾਅਦ ਵਿੱਚ ਘਰ ਘਰ ਝੰਡਾ ਲਾਉਂਗਾ ਮੈਂ ਭਾਜਪਾ ਦਾ। ਇਹ ਰਿਕਾਰਡ ਕੱਢ ਕੇ ਵੇਖ ਲਿਓ, ਮੈਂ ਕਿਹਾ ਸੀਗਾ। ਤਰਨ ਚੁੱਗ ਜੀ ਆਏ ਸੀਗੇ, ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਉਦੋਂ ਉਹਨਾਂ ਨੇ ਹਾਜ਼ਰੀ ਕਹੀ। ਮੈਂ ਇਲੈਕਸ਼ਨ ਤੋਂ ਬਾਅਦ ਵਿੱਚ ਹਰ ਘਰ ਵਿੱਚ ਝੰਡਾ ਲਹਿਰਾਊਗਾ ਫੁੱਲ ਦਾ, ਭਾਰਤੀ ਜਨਤਾ ਪਾਰਟੀ ਦਾ। ਅਸੀਂ ਉਸ ਮੁਹਿੰਮ 'ਤੇ ਸ਼ੁਰੂ ਹੋ ਗਏ ਹਾਂ। ਇਲੈਕਸ਼ਨ ਚਾਹੇ 2024 ਵਿੱਚ ਆ, ਪਰ ਅਸੀਂ ਅੱਜ ਤੋਂ ਕੰਮ ਸ਼ੁਰੂ ਕਰਤਾ ਆ। ਵੇਖੋ ਤੁਹਾਡੇ ਸਾਹਮਣੇ ਆ, 30 ਪਰਿਵਾਰ ਸ਼ਾਮਲ ਹੋਏ ਅੱਜ। 30 ਪਰਿਵਾਰ ਚਵਿੰਡਾ ਜਿਹੜਾ ਇਤਿਹਾਸਿਕ ਸ਼ਹਿਰ ਹੈ, ਇੱਥੇ ਸ਼ਾਮਲ ਹੋਣਾ ਬੜੀ ਸਾਡੇ ਵਾਸਤੇ ਵੱਡੀ ਗੱਲ ਆ। ਔਰ ਇਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ, ਮੋਦੀ ਸਾਹਿਬ ਦੇ ਵਿਸ਼ਵਾਸ ਤੋਂ, ਅਮਿਤ ਸ਼ਾਹ ਜੀ ਦੇ ਵਿਸ਼ਵਾਸ 'ਤੇ ਪ੍ਰਭਾਵਿਤ ਹੋ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਵਾ। ਕੀ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਲੰਮੇ ਚਿਰ ਤੋਂ ਜੇਲ੍ਹ 'ਚ ਨੇ, ਉਹਦਾ ਵੀ ਇੰਪੈਕਟ ਪੈਂਦਾ ਹੋਇਆ ਨਜ਼ਰ ਤਾਂ ਨਹੀਂ ਆ ਰਿਹਾ? ਕਿਉਂਕਿ ਬਹੁਤ ਉਹ ਜਿਹੜਾ ਉਹਨਾਂ ਦਾ ਕਹਿਣਾ ਸੀਗਾ ਕਿ ਬਹੁਤ ਵਿਕਾਸ ਜਿਹੜਾ ਮਜੀਠੇ ਹਲਕੇ ਵਿੱਚ ਉਹਨਾਂ ਵੱਲੋਂ ਕਰਵਾਇਆ ਜਾਂਦਾ ਸੀ।
ਵੇਖੋ ਵਿਕਾਸ ਜਿਹੜਾ ਹੋਇਆ ਵਾ ਕਿ ਨਹੀਂ ਹੋਇਆ, ਇੱਥੇ ਜਿੰਨੀਆਂ ਧਾਂਦਲੀਆਂ ਹੋਈਆਂ ਉਹ ਤੁਹਾਡੇ ਸਾਹਮਣੇ ਆ। ਜਿਹੜੀ ਗੱਲ ਤੁਸੀਂ ਕੀਤੀ ਉਹ ਜੇਲ੍ਹ ਜਾਣ ਦੀ, ਕੋਈ ਗੱਲ ਨਹੀਂ, ਜੇਲ੍ਹ ਕੋਈ ਬਹੁਤ ਲੰਮਾ ਸਮਾਂ ਨਹੀਂ ਜਾਂਦਾ। ਅਸੀਂ ਇਹ ਸੋਚ ਕੇ ਨਹੀਂ ਚੱਲਦੇ, ਉਹ ਬਾਹਰ ਆਵੇ, ਪਰਮਾਤਮਾ ਕਰੇ ਬਾਹਰ ਆਵੇ ਉਹ। ਅਸੀਂ 2024 ਵਿੱਚ ਮਜੀਠਾ ਹਲਕਾ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਇਤਿਹਾਸ ਕਾਇਮ ਕਰਨਾ ਆ। ਅੱਜ ਤੋਂ ਤੁਰ ਪਏ ਆ, 2 ਸਾਲ ਪਏ ਅਜੇ। 2 ਸਾਲ ਪਹਿਲਾਂ ਤੁਰਨ ਦਾ ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਾ ਪਰਚਮ ਆ ਲਹਿਰਾਉਣਾ ਆ, ਮਜੀਠੇ ਵਿੱਚੋਂ ਜਿਤਾ ਕੇ ਇਤਿਹਾਸ ਕਾਇਮ ਕਰਨਾ। ਬਿਕਰਮ ਆ ਜੇ ਕੋਈ ਕੋਈ ਗੱਲ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ। ਲੇਕਿਨ ਜਦੋਂ ਵੀ ਮਜੀਠੇ ਹਲਕੇ ਦੀ ਗੱਲ ਕੀਤੀ ਜਾਂਦੀ ਸੀ, ਬੀਜੇਪੀ ਦਾ ਨਾਮ ਕਿਤੇ ਵੀ ਸਾਹਮਣੇ ਨਹੀਂ ਸੀ ਆਉਂਦਾ। ਤੁਸੀਂ ਪਿਛਲੀ ਇੰਟਰਵਿਊ 'ਚ ਵੀ ਕਿਹਾ ਸੀਗਾ ਕਿ ਬੀਜੇਪੀ ਦਾ ਖੁਦ ਹੀ ਸਫਾਇਆ ਜਿਹੜਾ ਸੀਗਾ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ। ਹੁਣ ਤੁਹਾਨੂੰ ਲੱਗਦਾ ਹੈ ਕਿ ਹੁਣ ਵਾਪਸੀ ਜਿਹੜੀ ਘਰ ਵਾਪਸੀ ਜਿਹੜੀ ਬੀਜੇਪੀ 'ਚ ਕਰਵਾਉਣ ਦੀ ਜਿਹੜੀ ਕਵਾਇਦ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ? ਵੇਖੋ ਬਿਕਰਮ ਨੇ ਕਿਰਤ ਘਾਣ ਵਾਲਾ ਕੰਮ ਕੀਤਾ ਸੀਗਾ। ਭਾਰਤੀ ਜਨਤਾ ਪਾਰਟੀ, ਮੋਦੀ ਸਾਹਿਬ, ਅਮਿਤ ਸ਼ਾਹ ਜੀ ਨੇ ਪਾਵਰ ਦੇ ਕੇ ਇਹਨਾਂ ਨੂੰ ਪੰਜਾਬ ਵਿੱਚ ਨਵਾਜਿਆ, ਇਹਨਾਂ ਨੂੰ ਪਾਵਰ ਦੇ ਛੱਡੀ। ਤੇ ਇਸ ਇਨਸਾਨ ਨੇ ਜਿਨ੍ਹਾਂ ਦੀ ਪਾਵਰ ਲੈ ਕੇ ਪੰਜਾਬ 'ਚ ਰਾਜ ਕੀਤਾ, ਇਹ ਇਤਿਹਾਸ ਗਵਾਹ, ਪਤਾ ਕਰਾ ਲਓ ਮੇਰੀ ਸਟੇਟਮੈਂਟ ਤੋਂ ਬਾਅਦ 'ਚ ਅਲੱਗਾ ਵੀ, ਕਿ ਮਜੀਠੇ ਵਿੱਚ ਕੋਈ ਮੰਡਲ ਨਹੀਂ ਹੈਗਾ। ਕੋਈ ਵੀ ਪਾਰਟੀ ਹੋਵੇ, ਕਾਮਰੇਡਾਂ ਦੀ ਪਾਰਟੀ ਹੋਵੇ, ਕਿਤੇ ਵੀ ਹੋਵੇ, ਉਹਦਾ ਮੰਡਲ, ਬਲਾਕ, ਇਕਾਈਆਂ ਰਹਿੰਦੀਆਂ ਨੇ। ਇਸ ਬੰਦੇ ਨੇ ਡਰਾ ਕੇ ਧਮਕਾ ਕੇ ਇਸ ਮਜੀਠੇ ਹਲਕੇ ਵਿੱਚ ਕੋਈ ਮੰਡਲ ਨਹੀਂ ਰਹਿਣ ਦਿੱਤਾ। ਜਿਹੜਾ ਮੰਡਲ ਪ੍ਰਧਾਨ ਸੀ ਜਾਂ ਜਿੰਨੀਆਂ ਬੋਡੀਆਂ ਸੀ ਉਹਨੇ ਸ਼ਾਮਲ ਕਰਾ ਕੇ ਮੰਡਲ ਨਹੀਂ ਰਹਿਣ ਦਿੱਤਾ। ਜੋ ਬੰਦਾ ਕਿਰਤ ਘਾਣਿਆ, ਵੇਖੋ ਉਹਦੇ ਬਾਰੇ ਮੈਂ ਬਹੁਤਾ ਨਹੀਂ ਬੋਲਣਾ ਚਾਹੁੰਦਾ ਕੁਝ ਜੀ। ਲੇਕਿਨ ਅਕਾਲੀ ਦਲ ਨੂੰ ਛੱਡ ਕੇ ਕੁਝ ਲੋਕ ਆਏ ਨੇ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੀ ਕੁਝ ਪਰਿਵਾਰ 'ਚ ਸ਼ਾਮਲ ਹੋਏ ਨੇ। ਇਹਦੇ ਵਿੱਚ ਬੜਾ ਚੰਗਾ ਸਵਾਲ ਪੁੱਛਿਆ ਤੁਸੀਂ। ਇਹਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਵੀ ਆਏ ਆ, ਕਾਂਗਰਸ ਨੂੰ ਛੱਡ ਕੇ ਵੀ ਆਏ ਆ, ਆਪ ਨੂੰ ਛੱਡ ਕੇ ਵੀ ਆਏ ਆ। ਚੰਗੀ ਗੱਲ ਕੀ ਆ ਕਿ ਤਿੰਨਾਂ ਪਾਰਟੀ ਦੇ ਲੋਕਾਂ ਦਾ ਵਿਸ਼ਵਾਸ ਭੰਗ ਹੋ ਗਿਆ ਉਹਨਾਂ ਪਾਰਟੀਆਂ ਤੋਂ। ਲੋਕਾਂ ਦੇ ਮਨ ਵਿੱਚ ਆ ਗਿਆ ਵਾ ਕਿ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ। ਕਾਰਨ ਕੀ ਸਮਝਦੇ ਹੋ? ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੱਗਦਾ ਕਿ ਕਿਉਂਕਿ ਲਗਾਤਾਰ ਹੀ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਪੰਜਾਬ ਦੇ, ਕੀ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਕਹਿ ਰਹੀ ਸੀ ਕਿ 2 ਮਹੀਨਿਆਂ 'ਚ ਡਿਲੀਵਰ ਕਰਨਾ ਸ਼ੁਰੂ ਕਰ ਦਿਆਂਗੇ, ਤੁਹਾਨੂੰ ਲੱਗਦਾ ਡਿਲੀਵਰ ਕਰਨਾ ਸ਼ੁਰੂ ਕਰਤਾ ਜੀ ਉਹਨਾਂ ਨੇ? ਬਿਲਕੁਲ ਡਿਲੀਵਰ ਕਰਤਾ ਜੀ। ਅੰਬੀਆਂ ਸਪੋਰਟਸਮੈਨ ਮਰ ਗਿਆ, ਇੱਥੇ ਕੋਈ ਕਾਰਵਾਈ ਨਹੀਂ ਹੋਈ। ਕੱਲ ਮੂਸੇ ਵਾਲਾ ਮਰ ਗਿਆ ਵਾ, ਦਿਨ ਦਿਹਾੜੇ ਮਾਰਿਆ ਵਾ, ਇਹ ਡਿਲੀਵਰ ਹੋ ਰਿਹਾ ਵਾ ਜੀ। 8000 ਕਰੋੜ ਜਿਹੜੇ ਕਰਜ਼ੇ ਨੂੰ ਰੋਂਦੇ ਸੀ ਕਿ ਅਸੀਂ ਇੱਦਾਂ ਕਰਦਾ, ਜਿਹੜੇ ਉਹ ਕੇਜਰੀਵਾਲ ਸਾਹਿਬ ਬਹਿ ਕੇ ਕੈਲਕੂਲੇਸ਼ਨਾਂ ਕੱਢ ਇੰਟਰਵਿਊ ਦੱਸਦਾ ਸੀ ਕਿ ਮੈਂ ਮੈਥੇਮੈਟਿਕਸ ਦਾ ਬੜਾ ਵੱਡਾ ਮਾਹਰ ਆ। ਉਹ ਕਿੱਥੇ ਗਈ ਮੈਥੇਮੈਟਿਕਸ ਉਹਦੀ? ਹੁਣ ਜਦੋਂ 8000 ਕਰੋੜ ਰੁਪਈਆ 2-3 ਮਹੀਨਿਆਂ 'ਚ ਕਰਜ਼ਾ ਲੈ ਲਿਆ ਵਾ, ਉਹ ਮੈਥੇਮੈਟਿਕਸ ਕਿੱਥੇ ਗਈ? ਰੇਟ ਦੀ ਗੱਲ ਕਰਦੇ ਹੋ, ਕੋਈ ਰੇਟ ਨਹੀਂ ਘਟਿਆ ਜੇ, ਮਾਫੀਆ ਉੱਦਾਂ ਚੱਲ ਰਿਹਾ ਵਾ। ਇਹ ਡਿਲੀਵਰ, ਮੈਨੂੰ ਸਮਝ ਡਿਲੀਵਰ ਕੀਤਾ ਕੀ ਇਹਨਾਂ ਨੇ? ਜੋ ਮਾੜੇ ਪੱਖ ਆ, ਜੋ ਇੱਕ ਅਰਾਜਕਤਾ ਜੇ ਡਿਲੀਵਰ ਕੀਤੀ ਹੈ, ਅਰਾਜਕਤਾ ਵਾ। ਹਰ ਬੰਦੇ ਮਨ 'ਚ ਖੌਫ ਆ। ਅੱਜ ਤੁਸੀਂ ਇੱਥੇ ਇੰਟਰਵਿਊ ਕਰਨ ਦੇ, ਹਰ ਬੰਦੇ ਮਨ ਵਿੱਚ ਆ ਕਿ ਜੋ ਵੀ ਇਹ ਹਿੰਸਾ ਵਾ, ਇਹ ਕਿਸੇ ਨੂੰ ਵੀ ਗੋਲੀ ਵੱਜ ਸਕਦੀ ਆ। ਕੋਈ ਬੰਦਾ ਸੇਫ ਨਹੀਂਗਾ। ਲੋਕਾਂ ਦਾ ਪੁਲਿਸ ਤੋਂ ਤੇ ਸਰਕਾਰ ਤੋਂ ਵਿਸ਼ਵਾਸ ਉੱਠ ਬੈਠਾ ਵਾ। ਔਰ ਇਹ ਵਿਸ਼ਵਾਸ ਕੀਤੇ ਆ, ਇਹ ਅਮਿਤ ਸ਼ਾਹ ਜੀ ਤੇ ਆ, ਨਰਿੰਦਰ ਮੋਦੀ ਜੀ ਤੇ ਆ, ਜਿਨ੍ਹਾਂ ਨੇ ਯੂਪੀ ਵਿੱਚੋਂ ਗੈਂਗਸਟਰਵਾਦ ਖਤਮ ਕੀਤਾ ਆ। ਜੇ ਤੁਸੀਂ ਪਿੱਛੇ ਝਾਤੀ ਮਾਰੋ, ਨਰਸਰੀ ਕਿੱਥੇ, ਸ਼ੁਰੂਆਤ ਕਿੱਥੋਂ ਹੋਈ ਗੈਂਗਸਟਰਵਾਦ ਦੀ? ਇਹ ਹੋਈ ਆ ਯੂਪੀ ਤੋਂ। ਯੂਪੀ ਕਿਤੇ ਫੋਨ ਕਰਕੇ ਵੇਖੋ ਕਿਸੇ ਨੂੰ ਅੱਜ ਕਿਤੇ ਗੈਂਗਸਟਰਵਾਦ ਹੈਗਾ ਉੱਥੇ। ਤੇ ਪੰਜਾਬ ਵਿੱਚ ਹਰ ਗਲੀ 'ਚ ਨਸ਼ਾ ਆ, ਕਿੰਨੀਆਂ ਮੌਤਾਂ ਹੋਣ ਡਈਆਂ ਨੇ। ਲੇਕਿਨ ਜੇ ਜਿਸ ਤਰ੍ਹਾਂ ਕੱਲ੍ਹ ਡੀਜੀਪੀ ਸਾਹਿਬ ਦਾ ਬਿਆਨ ਆਇਆ ਮੂਸੇਵਾਲੇ ਦੀ ਡੈਥ ਤੋਂ ਬਾਅਦ, ਉਹ ਬੇਸ਼ੱਕ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਇਸ ਤਰ੍ਹਾਂ ਦਾ ਕੁਝ ਵੀ ਕਹਿਣ ਦਾ ਤਰਕ ਨਹੀਂ ਸੀਗਾ ਕਿ ਗੈਂਗ ਵਾਰ ਹੋਈ ਹੈ ਤੇ ਉਹਦੇ ਵਿੱਚ ਉਹਦੀ ਡੈਥ ਹੋਈ ਹੈ। ਤੁਹਾਨੂੰ ਲੱਗਦਾ ਨਹੀਂ ਕਿ ਇੱਕ ਰਿਸਪੌਂਸੀਬਲ ਸੀਟ ਤੇ ਬੈਠੇ ਹੋਏ ਨੇ, ਉਹਨਾਂ ਨੂੰ ਚਾਹੀਦਾ ਨਹੀਂ ਕਿ ਹਾਂ ਕੁਝ ਸੋਚ ਕੇ ਬੋਲਦੇ ਜਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਔਰ ਹੱਸ ਹੋਣੀ ਦੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਡੀਜੀਪੀ ਨਿਕਲ ਕੇ ਗਏ ਨੇ? ਤੁਹਾਨੂੰ ਲੱਗਦਾ ਨਹੀਂ ਕਿ ਇਹ ਪ੍ਰੀ ਪਲਾਨ ਜਿਹਾ ਲੱਗ ਰਿਹਾ ਸੀ ਸਾਰੇ ਪਾਸੇ? ਜੋ ਨਾਨ ਸੀਰੀਅਸ ਲੋਕ ਸਰਕਾਰ 'ਚ ਆ ਜਾਣ ਤੇ ਫਿਰ ਨੈਚੁਰਲੀ ਆ ਕਿ ਨਾਨ ਸੀਰੀਅਸ ਲੋਕਾਂ ਨੂੰ ਹੀ ਉਹ ਫਰੰਟ ਲਾਈਨ 'ਚ ਅਫਸਰਸ਼ਾਹੀ ਵਿੱਚ ਅੱਗੇ ਆ ਜਾਂਦੇ ਆ। ਕਿਸੇ ਦਾ ਜਵਾਨ ਪੁੱਤ ਮਰ ਗਿਆ 6.5 ਫੁੱਟਾ ਯਾਰ, ਉਹਨਾਂ ਦੀ ਜ਼ਿੰਦਗੀ ਤਬਾਹ ਹੋ ਗਈ। ਅਸੀਂ ਟੀਚਰਾਂ ਕਰਦੇ ਹਾਂ, ਹਰ ਅੱਖ ਰੋਈ ਆ, ਚਾਹੇ ਉਹਦੇ ਕੋਈ ਗਾਣੇ ਸੁਣਦਾ ਚਾਹੇ ਨਹੀਂ ਸੁਣਦਾ, ਹਰ ਅੱਖ ਰੋਈ ਆ ਵੀ ਜਵਾਨ ਪੁੱਤ ਮਰ ਗਿਆ ਕਿਸੇ ਦਾ। ਉਹਨਾਂ ਟੀਚਰਾਂ ਸੋਚਦੀਆਂ ਨੇ। ਇਹ ਨੈਤਿਕਤਾ ਆਧਾਰ 'ਤੇ ਸਗੋਂ ਕਿਰਦਾਰ ਖਤਮ ਹੋ ਗਿਆ। ਇਹਨਾਂ ਨੂੰ ਨੈਤਿਕਤਾ ਆਧਾਰ 'ਤੇ ਅਸਤੀਫੇ ਦੇਣੇ ਚਾਹੀਦੇ ਆ। ਆ ਜਿਹੜਾ ਮਾਨ ਸਾਹਿਬ ਆ, ਇਹ ਕਹਿੰਦਾ ਜਹਾਜ਼ ਭਰ ਬਾਹਰੋਂ ਲੈ ਕੇ ਆਉਣੇ ਇਹ ਜੀ, ਜਿਹੜੇ ਬਾਹਰ ਚਲੇ ਗਏ ਆ। ਇਹਦਾ ਮੁੱਖ ਮੁੱਦਾ ਇਹ ਸੀਗਾ, ਜਦੋਂ ਇਲੈਕਸ਼ਨ ਲੜਦਾ ਸੀਗਾ, ਮੁੱਖ ਮੁੱਦਾ ਕਹਿੰਦਾ ਸੀ ਜਹਾਜ਼ ਭਰ ਬਾਹਰ ਚੱਲੇ। ਵਾਸਤਾ ਪਾਉਂਦਾ ਸੀ ਲੋਕਾਂ ਨੂੰ। NRI ਨੇ ਮਦਦ ਕੀਤੀ ਇਹਦੀ ਸਾਰੀ ਠੋਕ ਕੇ, ਬਾਹਰੋਂ ਕੀਤੀ, ਇੱਥੋਂ ਕੀਤੀ ਕਿ ਵੋਟਾਂ ਪਾ ਕੇ ਜਿਤਾਓ ਇਹਨੂੰ, ਕਿ ਸਾਡਾ ਭਲਾ ਕਰੂ, ਸਾਨੂੰ ਵਾਪਸੀ। ਤੁਸੀਂ ਮੈਨੂੰ ਦੱਸੋ, ਜਿੱਦਾਂ ਸਿੱਧੂ ਮੂਸੇਵਾਲੇ ਮੌਤ ਹੋਈ ਆ, ਅੰਬੀਆਂ ਮੌਤ ਹੋਈ, ਕਿਹੜਾ NRI ਵਾਪਸ ਆਊਗਾ ਜੀ? ਲੋਕਾਂ ਪੈਲੀਆਂ ਵਿੱਚ ਨਹੀਂ ਲਾਦੀਆਂ। ਮੇਰਾ ਪਿੰਡ ਜੇਠੂ ਨੂੰ ਗਲੇ 50 ਕਿੱਲੇ ਪੈਲੀ ਵਿਕੀ, 3 ਪਰਿਵਾਰਾਂ ਇਕੱਠਿਆਂ ਵੇਚੀ ਆ, ਔਰ ਸਾਰੇ ਪੈਸੇ ਬਾਹਰ ਜਾਣੇ ਆ। ਇਹ ਕਿਹੜੇ? ਸਿਰਫ ਡਰ ਦੇ ਮਾਹੌਲ ਨਾਲ ਹੀ। ਬਿਲਕੁਲ। ਇਹ ਵੇਖੋ, ਇੱਕ ਮਾਹੌਲ ਨਾਲ ਡਰਦੇ ਇਹ ਤਾਂ ਹੈਗਾ, ਕਿਤੇ ਨਾ ਕਿਤੇ ਹੈਗਾ ਆ। ਬਟ ਇੱਕ ਇਹ ਗੱਲ ਆ ਕਿ ਜਦੋਂ ਲੋਕ ਬਾਹਰ ਗਏ ਨੇ, ਉਹਨਾਂ ਦੋਵੇਂ ਤਾਂ ਜਗ੍ਹਾ ਆਪਣੀ ਪ੍ਰਾਪਰਟੀ ਆ, ਵਾਪਸ ਤਾਂ ਆਉਣਗੇ ਜਦੋਂ ਸੇਫਟੀ ਨਜ਼ਰ ਆਊਗੀ। ਜੋ ਸੇਫਟੀ ਦਾ ਵਿਸ਼ਵਾਸ ਨਹੀਂ ਹੈਗਾ
ਤੇ ਕਿਸੇ ਨੇ ਇੱਥੇ ਰਹਿਣ ਨੂੰ ਤਿਆਰ, ਜਿਹੜੇ ਬੈਠੇ ਆ ਉਹ ਫਾਈਲਾਂ ਲਾ ਕੇ ਬੈਠੇ ਆ। ਮੈਂ ਤੇ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਕੇਜਰੀਵਾਲ ਜੀ ਮੈਥ ਦਾ ਹਿਸਾਬ ਕੱਢਦੇ ਸੀਗੇ, ਰੇਤ ਦਾ, ਹੋਰ ਇੱਧਰ ਉੱਧਰ ਦਾ, ਉਹ ਕਿੱਥੇ ਗਿਆ ਕੈਲਕੂਲੇਟਰ? ਇੰਟਰਵਿਊ ਦਾ ਦੱਸ ਦੇਗੇ। ਹੁਣ ਜਿਹੜਾ ਇਹ ਕਹਿੰਦਾ ਜਹਾਜ਼ ਭਰ ਵਾਪਸ ਲਿਆਉਣੇ ਆ, ਕੋਈ ਇਹਨੂੰ ਛੱਡੋ ਤੁਸੀਂ ਜੀ, ਕੋਈ ABC ਕਿਸੇ ਨੂੰ ਪੁੱਛ ਕੇ ਦੱਸੋ ਜਿਹੜੀ ਅਰਾਜਕਤਾ, ਜਿੰਨਾ ਦਹਿਸ਼ਤ ਆ, ਕੋਈ ਬਾਹਰੋਂ ਅੰਦਰ ਇੱਥੇ ਆਉਣ ਨੂੰ ਤਿਆਰ ਹੈਗਾ? ਸਾਰਿਆਂ ਨੇ ਹੋਰ ਨਾਲ ਫਾਈਲਾਂ ਲਾ ਦੇਣੀਆਂ ਕਿ ਚਲੋ ਬਾਹਰ ਚੱਲ ਜਾਓ। ਲੇਕਿਨ ਜਿਸ ਤਰ੍ਹਾਂ ਸਿਕਿਉਰਿਟੀ ਵਿਡਰੋ ਕਰਵਾਈ ਗਈ, ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਗਜਾਹਰਤਾ ਨਹੀਂ ਕਰਨੀ ਚਾਹੀਦੀ ਸੀ? ਖਾਸ ਤੌਰ ਤੇ ਖੁਦ ਹੀ ਆਪ ਹੀ ਇਨਵੀਟੇਸ਼ਨ ਦੇ ਦਿੱਤਾ ਕਿ ਉਸ ਫਲਾਣੇ ਬੰਦੇ ਦੀ ਸਿਕਿਉਰਿਟੀ ਵਾਪਸ ਲੈ ਲਈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੀ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ। ਇੱਕ ਜੱਜ ਦੀ, ਇੱਕ ਹਿਸਾਬ ਦੇ ਜੱਜ ਨੇ ਉਹ ਸਾਡੀ ਸਿੱਖ ਕੌਮ ਦੇ। ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹ ਗਲਤ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਤੁਹਾਨੂੰ? ਜਿਹੜੀ ਆਪ ਪਾਰਟੀ ਹੈ ਨਾ, ਟੋਟਲ ਫਲੋਪ ਹੋ ਗਈ ਆ। ਉਹਦਾ ਕਾਰਨ ਵੇਖੋ ਕੀ ਆ। ਹਰ ਡਿਪਾਰਟਮੈਂਟ ਦਾ MOU ਸਾਈਨ ਕਰ ਲਿਆ ਇਹਨਾਂ ਨੇ ਦਿੱਲੀ ਜਾ ਕੇ। ਇੱਕ ਸਟੇਟ ਦੀ ਸਰਕਾਰ ਨੂੰ ਕਾਰਪੋਰੇਸ਼ਨ ਸਰਕਾਰ ਕਿੱਦਾਂ ਚਲਾ ਸਕਦੀ ਆ? ਜਿਹੜੀ ਇਹਨਾਂ ਨੇ ਤੁਸੀਂ ਗੱਲ ਕੀਤੀ ਆ ਕਿ ਆ ਜੋ ਹੋਇਆ ਵਾ, ਦਹਿਸ਼ਤ ਆ, ਜੋ ਵੀ ਇਹਨਾਂ ਮਰਡਰ ਹੋਏ ਆ, ਸਿਕਿਉਰਿਟੀ ਵਾਪਸ ਲਈ ਆ, ਪਾਲਿਸੀਆਂ ਆਧਾਰ ਤੇ ਸਰਕਾਰ ਚੱਲਦੀ ਆ। ਹੁਣ ਜਿੰਨਾ MOU ਸਾਈਨ ਕੀਤੀ ਉਹ ਨਾਲ ਭਾਈਵਾਲ ਨੇ ਇਹ ਗੱਲ ਦੇ, ਉਹ ਕਿੱਦਾਂ ਕਹਿ ਸਕਦੇ ਆ ਕਿ ਇਕੱਲੇ ਮਾਨ ਦਾ ਕਸੂਰ ਆ? ਤੁਸੀਂ MOU ਸਾਈਨ ਕੀਤੀ ਆ, ਤੁਹਾਡੀਆਂ ਪਾਲਿਸੀ, ਤੁਹਾਡੀ ਸਲਾਹ ਨਾਲ ਸਿਕਿਉਰਿਟੀਆਂ ਵਾਪਸ ਕੀਤੀਆਂ ਗਈਆਂ ਨੇ। ਜਦੋਂ ਨਵੀਂ ਕਾਰ ਲੈ ਦਈਏ ਨਾ ਗੁਰਪ੍ਰੀਤ ਜੀ, ਤੇ ਡਰਾਈਵਰ ਨੂੰ ਜਾਂਚ ਨਾ ਹੋਵੇ, ਉਹ ਟਾਲੀ ਮਾਰ ਦਿੰਦਾ ਆ। ਉਹ ਹਾਲ ਆਪ ਪਾਰਟੀ ਦਾ ਆ। ਇਹਨਾਂ ਨੂੰ ਸਰਕਾਰ ਚਲਾਉਣ ਦੀ ਜਾਂਚ ਨਹੀਂ ਹੈਗੀ। ਗੱਡੀ ਨਵੀਂ ਮਿਲ ਗਈ, ਸਰਕਾਰ ਮਿਲ ਗਈ ਆ, ਪਰ ਚਲਾਉਣ ਦੀ ਜਾਂਚ ਨਹੀਂ। ਕਦੀ ਰੂੜੀ ਚਾੜ ਦਿੰਦੇ, ਕਦੀ ਇਹ ਟਾਲੀ ਮਾਰ ਦਿੰਦੇ ਆ। ਲੇਕਿਨ ਕਹਿੰਦੇ ਕਿ ਕੁਛ ਨਾ ਕੁਛ ਗਲਤੀ ਜਿਹੜੀ ਸਿੱਧੂ ਮੂਸੇਵਾਲੇ ਕੋ ਵੀ ਹੋਈ ਆ। ਉਹ ਕੋ ਬੁਲਟ ਪ੍ਰੂਫ ਗੱਡੀ ਸੀਗੀ ਆਪਣੀ, ਉਹ ਚਾਹੁੰਦਾ ਬੁਲਟ ਪ੍ਰੂਫ ਗੱਡੀ ਲੈ ਕੇ ਜਾ ਸਕਦਾ ਸੀ। ਏਡਾ ਵੱਡਾ ਹਾਦਸਾ ਨਹੀਂ ਹੋ ਸਕਦਾ ਸੀਗਾ। ਵੇਖੋ ਇੱਕ ਬੇਨਤੀ ਆ, ਤੁਸੀਂ ਜਾਣਾ, ਤੁਹਾਡੇ ਕੋਲ ਕਿਹੜੀ ਸਿਕਿਉਰਿਟੀ ਦੱਸੋ? ਆ ਜਿੰਨੇ ਵੀ ਲੋਕ ਫਿਰਨੇ, ਕਿਹਦੇ ਕੋਲ ਸਿਕਿਉਰਿਟੀ ਆ? ਇਹ ਪੁਲਿਸ ਦਾ ਤੇ ਸਰਕਾਰ ਦਾ ਕੰਮ ਆ ਹਰ ਨਾਗਰਿਕ ਨੂੰ ਸਿਕਿਉਰਿਟੀ ਪ੍ਰਦਾਨ ਕਰਨਾ। ਇੱਥੇ ਇੰਟੈਲੀਜੈਂਸ ਕਿੱਥੇ ਗਈ ਜੀ? ਇਹਨੇ ਹਥਿਆਰ ਆ ਗਏ, ਉਹਦੀ ਰੇਕੀ ਹੋ ਗਈ ਆ, ਉਹਦੇ ਚੜ੍ਹ ਕੇ ਆ ਗਏ, ਉਹਨੂੰ ਮਾਰ ਦਿੱਤਾ ਗਿਆ ਵਾ। ਇੰਟੈਲੀਜੈਂਸ ਦੀ ਕਿੰਨੀ ਤਨਖਾਹ ਤੁਹਾਨੂੰ ਪਤਾ ਕਿੰਨਾ ਬੈਠਾ ਇੰਟੈਲੀਜੈਂਸ ਦਾ ਜੀ? ਇੰਟੈਲੀਜੈਂਸ ਦਫ਼ਤਰ ਤੇ ਖੁਦ ਅਟੈਕ ਹੋ ਗਿਆ ਸੀਗਾ ਰਾਕਟ ਲਾਂਚ। ਮੈਂ ਉਹੀ ਕਹਿਣ ਡਿਆ, ਫਿਰ ਫਲੋਪ ਸਰਕਾਰ ਆ ਨਾ। ਇੰਟੈਲੀਜੈਂਸ ਕਿੱਥੇ ਗਈ ਆ? ਪੁਲਿਸ ਕਿੱਥੇ ਗਈ ਆ? DGP ਦਾ, ਤੁਸੀਂ ਪ੍ਰਸ਼ਾਸਨ ਦਾ ਵੇਖੋ ਸੀ, ਇਹਨਾਂ ਤਨਖਾਹ ਕਿੰਨੀ ਆ, ਖਰਚਾ ਕਿੰਨਾ ਟੈਕਸ ਤੋਂ ਜਾਂਦਾ ਆ। ਆਮ ਪਬਲਿਕ ਟੈਕਸ ਤਾਰ ਕੇ ਤੇ ਖਰਚਾ ਦੇ ਕੇ ਸਿਕਿਉਰਿਟੀ ਵਾਸਤੇ ਪੁਲਿਸ ਨੂੰ ਰੱਖਿਆ ਵਾ। ਤੇ ਜੇ ਹਰ ਬੰਦੇ ਦੀ ਸਿਕਿਉਰਿਟੀ ਹੈ ਨਹੀਂ ਆ, ਕਿਸੇ ਨੂੰ ਕਿਤੇ ਮਾਰਤਾ, ਕਿਸੇ ਨੂੰ ਕਿਤੇ ਮਾਰਤਾ, ਤੇ ਕਿਹੜੀ ਆਪਾਂ ਗੱਲ ਕਰਦੇ ਆ ਜੀ ਇਹਨਾਂ ਦੀ ਪੁਲਿਸ ਦੀ ਤੇ ਇਹਨਾਂ ਦੇ ਕਾਨੂੰਨ ਦੀ ਤੇ ਸਿਕਿਉਰਿਟੀ ਦੀ ਜੀ? ਇਨ ਫਿਊਚਰ ਹੁਣ ਕੀ ਪਲੈਨਿੰਗ ਹੈ ਤੁਹਾਡੀ? ਕਿਉਂਕਿ ਲਗਾਤਾਰ ਹੀ ਜਿਸ ਤਰ੍ਹਾਂ ਤੁਹਾਨੂੰ ਕਾਲਸ ਆ ਰਹੇ ਨੇ ਕਿ ਇਸ ਤਰ੍ਹਾਂ ਹੀ ਜੁਆਇਨਿੰਗਸ ਜਾਰੀ ਰਹਿਣਗੀਆਂ, ਔਰ 2024 ਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ? ਗੁਰਪ੍ਰੀਤ ਜੀ, ਤੁਹਾਡੇ ਚੈਨਲ ਨੇ ਦੱਸਣਾ। ਕੱਲ ਫਿਰ ਮਿਲਣਾ ਪਿਆ, ਇੱਦਾਂ ਹੀ ਸ਼ਾਮਲ ਕਰਾਉਣੇ, ਡੇਲੀ ਸ਼ਾਮਲ ਕਰਾਉਣੇ ਆ। ਜਿਹੜੀ ਗਾਂ ਤੁਸੀਂ ਅੱਗੇ ਦਿਨ ਪੁੱਛੀ ਆ, ਤੁਹਾਨੂੰ ਰੋਜ਼, ਗਰਮੀ ਦਾ ਮੌਸਮ ਆ, ਤੁਹਾਨੂੰ ਬੇਨਤੀ ਆ, ਤਾਂ ਰੋਜ਼ ਆਉਣਾ ਪੈਣਾ ਵਾ। ਨਹੀਂ, ਅੱਜ ਠੰਡਾ ਮੌਸਮ, ਹਰ ਰੋਜ਼ ਤੁਹਾਨੂੰ ਵਿਖਾਵਾਂਗੇ, 1 ਤੋਂ 2 ਪਿੰਡ ਵਿੱਚ ਹਰ ਰੋਜ਼ ਸ਼ਾਮਲ ਕਰਾਇਆ ਕਰਾਂਗੇ ਜੀ। ਚਾਵਲਾ ਜੀ ਵੀ ਮੌਜੂਦ ਹੈ। ਚਾਵਲਾ ਜੀ, ਹਰਦੀਪ ਸਿੰਘ ਪੁਰੀ ਹੋਣਾ ਨਾਲ ਬਹੁਤ ਪਿਆਰ ਹੈ ਤੁਹਾਡਾ। ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਹਾਰ ਉਹਨਾਂ ਨੂੰ ਪਿਛਲੀ ਵਾਰ ਨਸੀਬ ਹੋਈ ਸੀਗੀ, ਲੇਕਿਨ ਜੇਕਰ ਇਸ ਵਾਰ ਇੱਥੇ ਇਲੈਕਸ਼ਨ ਲੜਦੇ ਨੇ, ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਸੰਗਠਨ ਤੁਹਾਡਾ ਹੁਣ ਚੱਲ ਰਿਹਾ, ਇਸ ਵਾਰ ਜਿੱਤ ਪ੍ਰਾਪਤ ਹੁੰਦੀ ਨਜ਼ਰ ਆ ਰਹੀ ਹੈ? ਵੇਖੋ, ਮੈਂ ਤਾਂ ਅੱਜ ਦੇਖ ਕੇ ਬੜਾ ਮਨ ਨੂੰ ਖੁਸ਼ੀ ਹੋਈ ਹੈ ਕਿ ਇਤਿਹਾਸਕ ਸਾਡਾ ਜਿਹੜਾ ਚਵਿੰਡਾ ਦੇਵੀ ਦਾ ਕਸਬਾ ਹੈ, ਇਹਦੇ ਵਿੱਚੋਂ ਤਕਰੀਬਨ 40-50 ਪਰਿਵਾਰ ਜਿਹੜੇ ਆ ਉਹਨਾਂ ਦੇ ਮੁਖੀ ਜਿਹੜੇ ਸ਼ਾਮਲ ਹੋਏ ਆ। ਮਤਲਬ ਕਿ 200-250 ਬੰਦਾ BJP ਸ਼ਾਮਲ ਹੋ ਗਿਆ। ਤੇ ਬਾਕੀ ਜਿਹੜੀ ਤੁਸੀਂ ਗੱਲ ਪੁਰੀ ਸਾਹਿਬ ਦੇ ਆਉਣ ਵਾਲੀਆਂ ਚੋਣਾਂ 'ਚ ਇਲੈਕਸ਼ਨ ਲੜਨ ਬਾਰੇ ਕਹੀ ਹੈ, ਇਹ ਤੇ ਭਾਜਪਾ ਦੀ ਹਾਈ ਕਮਾਨ 'ਤੇ ਨਿਰਭਰ ਹੈ ਕਿ ਉਹ ਉਹਨਾਂ ਨੂੰ ਅੰਮ੍ਰਿਤਸਰੋਂ ਲੜਾਉਂਦੇ ਆ ਜਾਂ ਨਹੀਂ। ਪਰ ਜੋ ਲੋਕਾਂ ਦਾ ਰੁਝਾਨ ਅਸੀਂ ਵੇਖਣ ਦੇ ਆ ਡੇ ਬਾਈ ਡੇ, ਕਿਉਂਕਿ ਇੱਕ ਫਲੋਪ ਸਰਕਾਰ ਸਾਡੇ ਪੇਟੇ ਪੈ ਗਈ ਹੈ, ਠੀਕ ਹੈ, ਜਿਹਨੇ ਕਿ ਲੋਕਾਂ ਦੀਆਂ ਜਜ਼ਬਾਤਾਂ ਨਾਲ ਖੇਡ ਕੇ ਉਹਨਾਂ ਨੂੰ ਝੂਠੇ ਵਾਅਦੇ ਵਹਾ ਕੇ ਵੋਟਾਂ ਲੈ ਲਈਆਂ। ਉਹਨਾਂ ਤੋਂ ਲੋਕੀ ਜਿਹੜੇ ਆ ਅੱਕ ਕੇ ਹੁਣ ਭਾਜਪਾ ਨੂੰ ਜਿਵੇਂ ਜੁਆਇਨ ਕਰ ਰਹੇ ਆ। ਮੈਨੂੰ ਪੂਰੀ ਉਮੀਦ ਹੈ ਜੀ, ਜਿਹੜਾ ਵੀ ਕੈਂਡੀਡੇਟ ਜਿੱਥੇ ਵੀ ਪੰਜਾਬ 'ਚ ਖਲੋਵੇ, 13 ਦੀਆਂ 13 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਜ਼ਰੂਰ ਜਿੱਤੇਗੀ। ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਪੰਜਾਬ 'ਚ ਨਜ਼ਰ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਮਰਡਰਸ ਜਿਹੜੇ ਨੇ ਹੋ ਰਹੇ ਨੇ, ਨਸ਼ੇ ਕਰਕੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਭੇਟ ਚੜ੍ਹ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਇਹ ਮੁੱਦੇ ਰਹਿਣਗੇ ਇਸ ਵਾਰ? ਕਿਉਂਕਿ ਲਗਾਤਾਰ ਹੀ ਨਸ਼ੇ ਦੇ ਮੁੱਦੇ ਦੇ ਤੇ ਹਮੇਸ਼ਾ ਸਿਆਸਤ ਹੁੰਦੀ ਸੀ, ਲੇਕਿਨ ਹੁਣ ਗੈਂਗਸਟਰ ਵਾਰ ਜਿਹੜਾ ਆ ਉਹ ਬੜਾ ਹੁਣ ਪ੍ਰੋਫਾਈਲ ਦੇ ਵਿੱਚ ਨਜ਼ਰ ਆ ਰਿਹਾ। ਉਹ ਕਿਉਂ ਆ ਰਿਹਾ? ਕਿਉਂਕਿ ਇੱਕ ਜਿਹੜੀ ਹੈ ਮਤਲਬ ਮਾੜੀ ਸਰਕਾਰ ਜਿਹੜੀ ਹੈ ਸਾਡੇ ਪੇਟੇ ਪੈ ਗਈ ਹੈ, ਜਿਨ੍ਹਾਂ ਨੂੰ ਕਿ ਸਰਕਾਰ ਚਲਾਉਣ ਦਾ ਕੋਈ ਇਲਮ ਹੀ ਨਹੀਂ ਹੈ ਕਿ ਕਿੱਦਾਂ ਸਰਕਾਰ ਚਲਾਉਣੀ ਹੈ। ਕੋਈ ਉੱਠਦਾ ਕਹਿੰਦਾ ਜੀ ਸਾਡਾ ਖਜ਼ਾਨਾ ਖਾਲੀ ਹੈ, ਕੋਈ ਉੱਠਦਾ ਕਹਿੰਦਾ ਜੀ ਆ ਜਨਵਰੀ 'ਚ ਕਰ ਰਹੇ ਆ, ਕੋਈ ਕਹਿੰਦਾ ਜੀ ਜੂਨ 'ਚ ਫਲਾਣਾ ਕਰ ਰਹੇ ਆ। ਜਿਹੜੇ ਕਹਿੰਦੇ ਸੀ ਕਿ ਪਹਿਲੀ ਕਲਮ ਆਊਗੀ ਤੇ ਸਾਈਨ ਹੋ ਜਾਣਗੇ ਤੇ ਸਾਰਾ ਕੁਝ ਹੋਏਗਾ, ਨਾ ਪਹਿਲੀ ਕਲਮ ਆਈ ਤੇ ਨਾ ਕੋਈ ਫੈਸਲੇ ਅੱਜ ਤੱਕ ਇੱਕ ਵੀ ਗਰੰਟੀ ਇੰਪਲੀਮੈਂਟ ਨਹੀਂ ਹੋਈ। ਸਾਰਾ ਹੀ ਝੂਠ ਬੋਲ ਰਹੇ ਨੇ। ਲਾਅ ਐਂਡ ਆਰਡਰ ਜਿਹੜਾ ਇਹਨਾਂ ਕੋਲ ਸੰਭਾਲਿਆ ਨਹੀਂ ਜਾ ਰਿਹਾ। ਵੇਖ ਰਹੇ ਹੋ ਤੁਸੀਂ ਲਾਅ ਐਂਡ ਆਰਡਰ ਦੀ ਕੀ ਹਾਲ ਹੈ। ਮੈਨੂੰ ਲੱਗਦਾ ਸਾਰੇ ਇੰਡੀਆ ਦਾ ਜਿਹੜਾ ਕੋਈ ਗੈਂਗਸਟਰ ਭਾਜਪਾ ਦੀਆਂ ਸਟੇਟਾਂ 'ਚ ਤੇ ਕਿਤੇ ਹੈ ਨਹੀਂ, ਬਾਕੀ ਜਿਹੜਾ ਰਹਿੰਦਾ ਖੁੰਦਾ ਸਾਰਾ ਇਹਨਾਂ ਪੰਜਾਬ ਹੀ ਬੁਲਾ ਲਿਆ ਆ। ਸੋ
ਲਗਾਤਾਰ ਹੀ ਇਹ ਉਹ ਸ਼ਖਸ ਨੇ ਜਿਹੜੇ ਲੰਮੇ ਚਿਰ ਤੋਂ ਇੱਥੇ ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ ਬੈਠੇ ਸੀਗੇ। ਸਰ, ਅੱਜ ਲੱਗਦਾ ਹੈ ਕਿ ਉਹ ਜਿਹੜੀ ਜ਼ਿੰਮੇਵਾਰੀ ਮਿਲੀ ਸੀਗੀ ਅੱਜ ਕਿਤੇ ਨਾ ਕਿਤੇ ਉਹਨੂੰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ 30 ਤੋਂ ਵੱਧ ਪਰਿਵਾਰ ਜਿਹੜੇ ਨੇ ਉਹ ਅੱਜ ਸ਼ਾਮਿਲ ਹੋਏ ਨੇ। ਭਾਜਪਾ ਦਾ ਪਰਿਵਾਰ ਜਿਹੜਾ ਹੈ ਉਹ ਵੱਡਾ ਹੋਇਆ। ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਸਾਰੀ ਕਵਰਿੰਗ ਕੀਤੀ ਆ। ਮੇਰੇ ਹਲਕਾ ਇੰਚਾਰਜ ਨਾਲ ਖੜੇ ਆ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਬੀਜੇਪੀ ਨੂੰ ਸਰਬਜੀਤ ਕਰਨ ਲਈ ਜੁੜੇ ਹੋਏ ਆ। ਇਹ ਸਾਰਾ ਕੁਝ ਜੇ ਸਾਡੇ ਪੰਜਾਬ ਦੇ ਵਿੱਚ ਲੰਬਾ ਸਮਾਂ ਇੱਕ ਅੰਦੋਲਨ ਚੱਲਿਆ ਜਿਹਦੇ ਨਾਲ ਬੀਜੇਪੀ ਨੂੰ ਬਹੁਤ ਫਰਕ ਪਿਆ। ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਦੀ ਰੈਲੀ ਕਰਨ ਆਏ ਸੀ, ਜੇ ਉਹ ਰੈਲੀ ਸਫਲ ਹੋ ਜਾਂਦੀ ਤੇ ਇਹ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਸੀ। ਮਾੜੀ ਕਿਸਮਤ ਪੰਜਾਬ ਦੀ ਅਸੀਂ ਕਹਿ ਸਕਦੇ ਹਾਂ। ਇੱਕ ਵਾਰੀ ਨਹੀਂ, ਤੀਜੀ ਵਾਰ ਹੋ ਗਈ। ਪਹਿਲੀ ਵਾਰ ਅਰੁਣ ਜੇਤਲੀ ਨੂੰ ਹਰਾ ਕੇ ਭੇਜਿਆ ਤਾਂ ਉਦੋਂ ਲੋਕੀ ਕਹਿੰਦੇ ਸੀਗੇ ਕਿ ਪੈਰਾਂ ਤੇ ਕੁਹਾੜੀ ਮਾਰ ਲਈ। ਦੂਸਰੀ ਵਾਰ ਕਹਿੰਦੇ ਹਰਦੀਪ ਸਿੰਘ ਪੁਰੀ ਹੋਣਾ ਨੂੰ ਹਰਾ ਕੇ ਭੇਜਿਆ ਤੇ ਕੁਹਾੜੀ ਮਾਰ ਲਈ। ਤੀਸਰੀ ਵਾਰ ਤੁਸੀਂ ਕਹਿੰਦੇ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਹ ਪਹੁੰਚੇ ਸੀਗੇ, ਉਹ ਨਹੀਂ ਹੋਏ ਤਾਂ ਤੀਸਰੀ ਵਾਰ ਕੁਹਾੜੀ ਮਾਰ ਲਈ। ਇਹੀ ਕਹਿਣਾ ਚਾਹੁੰਦੇ? ਮੈਂ ਬਿਲਕੁਲ ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਗੱਲ ਇਹ ਆ ਕਿ ਬੀਜੇਪੀ ਨੇ ਹਮੇਸ਼ਾ ਹੀ ਆਪਣਾ ਧਰਮ ਦਾ ਸਾਥ ਦਿੱਤਾ। ਬੀਜੇਪੀ ਨੇ ਅਕਾਲੀ ਦਲ ਨਾਲ ਗੱਠਜੋੜ ਰੱਖਿਆ ਤੇ ਪੰਜਾਬ ਦੀ ਖੁਸ਼ਹਾਲੀ ਲਈ, ਪੰਜਾਬ ਦੇ ਲੋਕਾਂ ਨੂੰ ਉੱਚੀਆਂ ਚੁੱਕਣ ਲਈ, ਪੰਜਾਬ ਦੇ ਵਿੱਚੋਂ ਮਾੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਤਮ ਕਰਨ ਲਈ, ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਇਹ ਸਾਰੇ ਉਪਰਾਲੇ ਕਰਦੇ ਰਹੇ ਅਸੀਂ। ਪਰ ਕੁਝ ਸਾਡੇ ਸਵਾਰਥੀ ਲੀਡਰ ਜਿਹੜੇ ਸੀ ਉਹਨਾਂ ਦੀ ਆਪਣੀ ਚੌਧਰ ਕਰਕੇ ਸਾਡੇ ਵੱਡੇ ਵੱਡੇ ਲੀਡਰਾਂ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਨਹੀਂ ਹਰੇ, ਇਹ ਲੋਕ ਆਪ ਹੀ ਹਰੇ ਆ। ਜਿਹੜਾ ਲੋਕ ਕਿਸੇ ਦੀਆਂ ਦੇ ਪਿੜੀਆਂ ਵੱਢਦੇ ਹੋਣ ਨਾ, ਆਖਰ ਉਹਨਾਂ ਦੀਆਂ ਆਪਣੀਆਂ ਵੀ ਪਿੜੀਆਂ ਵੱਢੀਆਂ ਜਾਂਦੀਆਂ। ਮੈਂ ਬਹੁਤੀਆਂ ਲੰਮੀਆਂ ਗੱਲਾਂ ਨਹੀਂ, ਤੁਸੀਂ ਇਸ ਹਲਕੇ 'ਚ ਵਿਚਰਦੇ ਹੋ, ਤੁਹਾਨੂੰ ਪਤਾ ਵਾ ਇਸ ਹਲਕੇ ਦਾ। ਸਾਡੇ ਕਿਸ ਤਰ੍ਹਾਂ ਛੋਟੇ ਛੋਟੇ ਵਰਕਰਾਂ ਨੂੰ ਵੱਡੇ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਗਿਆ, ਮਗਰੋਂ ਬੇਇੱਜ਼ਤ ਕੀਤਾ ਗਿਆ ਤੇ ਇਹ ਕਰੋੜਾਂ ਰੁਪਈਏ ਜਿਹੜੇ ਹੈਗੇ ਆ ਸਰਕਾਰਾਂ ਦੇ ਉਹ ਖਾ ਕੇ ਆਪਣੀ ਤਰੱਕੀ ਦੀ ਗੱਲ ਕੀਤੀ ਗਈ। ਦੇਸ਼ ਦੇ ਵਿੱਚ ਅੱਜ ਜੋ ਵੀ ਮਾੜੇ ਜਿਹੜੀਆਂ ਅੱਜ ਅਸੀਂ ਭੁਗਤ ਰਹੇ ਹਾਂ ਉਹ ਪਿਛਲੀਆਂ ਮਾੜੀਆਂ ਸਰਕਾਰਾਂ ਦੀ ਤੇ ਮੌਜੂਦਾ ਮਾੜੀ ਸਰਕਾਰ ਦੀ ਦੇਣ ਵਾ। ਜਿਹੜੇ ਕਹਿੰਦੇ ਸੀ ਕਿ ਅਸੀਂ ਤੇ 8 ਦਿਨ ਦੇ ਵਿੱਚ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਖਤਮ ਕਰ ਦਿੱਤੀ ਤੇ 60 ਦਿਨਾਂ ਬਾਅਦ ਉਹਨਾਂ ਦਾ ਆਪਣਾ ਕੈਬਨਿਟ ਮੰਤਰੀ ਫੜਿਆ ਜਾਵੇ। ਇਹ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੀ ਹੋ ਸਕਦੀ ਆ? ਫਿਰ ਉਹਨੂੰ ਜਨਤਕ ਕਰਨ ਜਿਹੜੀਆਂ ਉਹਦੀਆਂ ਵੀਡੀਓ ਆ ਜਾਂ ਦੂਜੀਆਂ ਵਾ, ਸਿਰਫ ਇੱਕ ਡਰਾਮੇਬਾਜ਼ੀ। ਜਿਸ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਨੂੰ ਟੰਗਤਾ ਸੀ, ਇਸ ਤਰ੍ਹਾਂ ਆਪਣੇ ਬੰਦੇ ਨੂੰ ਟੰਗ ਕੇ ਲੋਕਾਂ ਦੀ ਲੋਕਪ੍ਰਿਯਤਾ ਹਾਸਲ ਕਰਨੀ ਚਾਹੁੰਦੇ ਆ, ਜਦੋਂ ਕਿ ਸਮੁੱਚੇ ਤੌਰ ਤੇ ਫੇਲ ਹੋ ਚੁੱਕੇ ਆ। ਕਿਸੇ ਦਾ ਟਾਈਮ ਪਾ ਦਿੰਦੇ ਆ ਕਿ ਆਹ ਗਰੰਟੀ ਜਿਹੜੀ ਆ 6 ਮਹੀਨਿਆਂ ਨੂੰ ਦਿੱਤੀ ਜਾਊਗੀ, ਕੋਈ ਆਹ ਕੁਛ ਕੀਤਾ ਜਾਊਗਾ। ਬਿਜਲੀ ਦਾ ਕੀ ਹਾਲ ਆ ਤੇ ਕੱਲ ਰੱਬ ਮਿਹਰਬਾਨ ਹੋ ਗਿਆ ਤੇ ਜੱਟਾਂ ਦੀਆਂ ਪੈਲੀਆਂ ਪੁੱਟੀਆਂ ਜਾਣੀਆਂ, ਨਹੀਂ ਤੇ ਐਰਕਾਂ ਇਹਨਾਂ ਨੇ ਘਟਿਓਂ ਕੌਡੀ ਕਰ ਦਿੱਤਾ ਸੀ ਜ਼ਿਮੀਂਦਾਰਾਂ ਨੂੰ। 1500 ਰੁਪਈਆ ਕੀ ਹੁੰਦਾ? 1500 ਰੁਪਈਏ ਨਾਲ 3 ਵਾਰ ਜ਼ਿਮੀਂਦਾਰ ਆਪਣੀ ਜ਼ਮੀਨ ਵਾਹ ਨਹੀਂ ਸਕਦਾ ਤੇ ਉਹਦੇ ਤੇ ਤੁਸੀਂ ਆਂਦੇ ਹੋ 1500 ਰੁਪਈਏ ਤੇ ਖੇਡੋ ਅਤੇ ਕਿਸਾਨ ਝੋਨਾ ਜਿਹੜਾ ਇਸ ਤਰ੍ਹਾਂ ਲਾਉਣ। ਇਹ ਕੋਈ ਗੱਲਾਂ ਨਹੀਂ, ਘੱਟ ਤੋਂ ਘੱਟ ਦੇਣਾ ਤੇ ਉਹਨਾਂ ਨੂੰ ਵਾਜਬ ਰੇਟ ਦਿੱਤਾ ਜਾਵੇ। ਹੁਣ ਕੱਲ ਮੋਦੀ ਸਾਹਿਬ ਜੀ ਨੇ 11ਵੀਂ ਕਿਸਾਨਾਂ ਨੂੰ ਕਿਸ਼ਤ ਪਾਉਣੀ ਆਪਣੀ ਸ਼ਿਮਲੇ ਤੋਂ। ਆਪਣੇ 8 ਸਾਲਾਂ ਦੀਆਂ ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਤੁਹਾਡੇ ਮੀਡੀਆ ਗਾੜੀ ਸਾਰੀ ਜਨਤਾ ਗਾੜੀ ਨਸ਼ਰ ਕਰ ਦੇਣੀਆਂ। ਕੋਈ ਘਟਾਲਾ ਨਹੀਂ ਸਾਡੀ ਸਰਕਾਰ ਦੇ ਵਿੱਚ, ਕੋਈ ਗੱਲਬਾਤ ਨਹੀਂ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ 400 ਸੀਟ ਜਿੱਤਣੀ ਆ ਤੇ ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਅਸੀਂ ਆਉਣ ਵਾਲੀ ਸਰਕਾਰ ਬਣਾਉਣੀ ਆ। ਉਸ ਤੋਂ ਬਾਅਦ 27 ਚ ਸਮੁੱਚੇ ਤੌਰ ਤੇ ਜਿਹੜੀ ਆ ਇਹ ਤੋਂ ਵੀ ਵੱਡਾ ਮੈਂਡੇਟ ਲੈ ਕੇ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣੂਗੀ। ਮੈਂ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਤੋਂ ਹੀ ਸਾਡਾ ਸਾਥ ਦੇਣ ਦਾ ਜਿਹੜੀ ਇਹ ਸ਼ੁਰੂਆਤ ਕਰ ਦਿੱਤੀ ਆ। ਤੇ ਮੈਂ ਤੁਹਾਡੇ ਸਾਰੇ ਮੀਡੀਆ ਦਾ ਵੀ ਧੰਨਵਾਦੀ ਆ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਇਸ ਹਲਕੇ 'ਚ ਨਹੀਂ ਸਾਰੇ ਪੰਜਾਬ 'ਚ ਤੁਹਾਡੀ ਆਵਾਜ਼ ਜਾਣੀ ਆ ਤੇ ਇਹਨੂੰ ਚੰਗੀ ਤਰ੍ਹਾਂ ਦੱਸੋ ਕਿ ਪੇਂਡੂ ਲੋਕ ਜਿਹੜੇ ਆ ਉਹ ਜਾਗ ਪਏ ਆ। ਇੱਥੇ ਧਰਮ ਕਰਮ ਸਾਰਾ ਕੁਝ ਜਿਹੜਾ ਵਾ ਅੱਜ ਲੋਕਾਂ ਦਾ ਬੀਜੇਪੀ ਤੇ ਭਰੋਸਾ ਵਾ। ਲਾਗੇ ਦੀਆਂ ਸਾਡੀਆਂ ਕੰਟਰੀਆਂ ਪਾਕਿਸਤਾਨ ਵੇਖ ਲਓ, ਸ੍ਰੀਲੰਕਾ ਵੇਖ ਲਓ, ਉੱਥੇ ਕੀ ਹੋ ਰਿਹਾ ਤੇ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਾਡੀਆਂ ਬਾਹਰ ਦੀਆਂ ਕੰਟਰੀਆਂ ਜਿਹੜੀਆਂ ਪੈਸਾ ਲਾਉਣ ਦਾ ਚਾਹਵਾਨ ਵਾ। ਇਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਇੱਕ ਜਿਹੜੀ ਚੰਗੀ ਸੋਚ ਆ ਉਹਦਾ ਹੀ ਸਦਕਾ ਸਾਰਾ ਕੁਝ ਹੋ ਰਿਹਾ। ਪ੍ਰਦੀਪ ਜੀ, ਮੇਰਾ ਲਾਸਟ ਸਵਾਲ ਆ ਤੁਹਾਨੂੰ। ਲਗਾਤਾਰ ਹੀ ਅੱਜ ਤਲਬੀਰ ਸਿੰਘ ਗਿੱਲ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ। ਉਹ ਕਹਿੰਦੇ ਕਿ ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਾਲ ਆ ਰਹੇ ਸੀਗੇ। ਇੱਕ ਕਾਂਗਰਸੀ ਨੇਤਾ ਨੇ NSUI ਦੇ ਅਕਸ਼ੇ, ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇੱਕ ਬਾਹਰੋਂ ਕਾਲ ਆਉਂਦੀ ਹੈ ਜਿਸ 'ਚ ਧਮਕੀਆਂ ਭਰੇ ਫੋਨ ਦਿੱਤੇ ਨੇ। ਉਹ ਕਹਿੰਦੇ ਕਿ ਅਸੀਂ ਸਾਰੇ ਮਿਲ ਕੇ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਰਾਜ ਲੱਗੇ, ਇਸ ਕਰਕੇ ਅਸੀਂ ਰਾਸ਼ਟਰਪਤੀ ਨੂੰ ਵੀ ਮਿਲਾਂਗੇ ਅਤੇ ਸਾਰੇ ਇਕੱਠੇ ਹੋ ਕੇ ਇਹਦੇ ਜਿਹੜੇ ਗੈਂਗਸਟਰ ਵਾਰ ਆ ਇਹਨੂੰ ਲੈ ਕੇ ਜਿਹੜੀ ਆ ਇਹ 'ਤੇ ਕੋਈ ਨਾ ਕੋਈ ਜਿਹੜਾ ਇਕੱਠੇ ਹੋ ਕੇ ਕੰਮ ਕੀਤਾ ਜਾਵੇ। ਤੁਸੀਂ ਸਾਥ ਦਿਓਗੇ ਜੇਕਰ ਬੀਜੇਪੀ ਦੀ ਜ਼ਰੂਰਤ ਹੈ? ਵੇਖੋ, ਇੱਕ ਗੱਲ ਆ, ਉਹ ਅਕਾਲੀ ਦਲ ਵਿੱਚ ਨੇ, ਕੋਈ ਕਾਂਗਰਸ ਵਿੱਚ ਆ,
ਜੇ ਸਾਰੀਆਂ ਪਾਰਟੀਆਂ ਦੀ ਮੰਗ ਹੈ, ਇਹਦਾ ਮਤਲਬ ਆ ਕਿ ਇਹ ਸਰਕਾਰ ਫਲੋਪ ਹੋ ਗਈ ਆ। ਅਰਾਜਕਤਾ, ਵਿਸ਼ਵਾਸ ਨਹੀਂ ਰਹਿ ਗਿਆ ਹਰ ਬੰਦੇ ਨੂੰ ਸੇਫਟੀ ਦਾ। ਇਹ ਪੱਖਪਾਤ ਕਰਦੇ ਆ, ਝੂਠ ਮਾਰਦੇ ਆ, ਝੂਠ ਇੱਦਾਂ ਮਾਰਦੇ ਆ ਕਿ ਇਹ ਜਿਵੇਂ ਕਹਿੰਦਾ ਸੀਗਾ ਮਾਨ ਸਾਹਿਬ ਕਿ ਸਿਕਿਉਰਿਟੀ ਦੀ ਕੀ ਲੋੜ ਆ। ਇਹ ਜਿਹੜਾ ਵਾ ਮਾਪਦੰਡ ਸਾਰਿਆਂ ਇੱਕ ਬਰਾਬਰ ਚਾਹੀਦਾ ਆ। ਜਦੋਂ ਇਹ ਸਰਕਾਰ ਵਿੱਚ ਨਹੀਂ ਸੀ ਤੇ ਕਹਿੰਦਾ ਮੰਤਰੀ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਆ ਜੀ, ਬਾਹਰ ਅਮਰੀਕਾ ਕੈਨੇਡਾ ਵਾਂਗ ਇਕੱਲੇ ਫਿਰਨ, ਹੁਣ ਆਪ ਕਿਉਂ ਲਈ ਫਿਰਦਾ? ਆਪਣੀ ਸਿਸਟਰ ਨੂੰ ਵੀ ਦਿੱਤੀ, ਆਪਣੀਆਂ ਇਹਨਾਂ ਦੀਆਂ ਲਾਹ ਲੀਆਂ ਸਾਰੀਆਂ, ਆਪਣੇ ਪਰਿਵਾਰਾਂ ਨੂੰ, ਸਿਸਟਰ ਨੂੰ, ਆਪ ਆਪਣੇ ਮੰਤਰੀਆਂ ਨੂੰ ਕਿਉਂ ਸਕਾਊਟ ਦੇਈ ਫਿਰਦੇ ਆ। ਉਦੋਂ ਕਿੱਥੇ ਗਿਆ ਕੇਜਰੀਵਾਲ ਜਿਹੜਾ ਕਹਿੰਦਾ ਸੀਗਾ ਕਿ ਲਾਲ ਬੱਤੀ ਕਲਚਰ ਖਤਮ ਕਰੂੰਗਾ? ਚੇਤਾ ਕਰੋ, ਕਹਿੰਦੇ ਪਰਿਵਾਰ ਵੀ ਖਤਮ ਕਰ ਜਾਊਗਾ, ਲੇਕਿਨ ਹੁਣ ਕਹਿੰਦੇ ਸਿਸਟਰ ਨੂੰ ਆਪਣੇ ਸੀਟ ਦੇਣ ਦੀ। ਉਸੇ ਗੱਲ ਤੇ ਆ ਰਿਹਾ ਵਾਂ ਕਿ ਕੋਈ ਜ਼ਬਾਨ ਨਹੀਂ, ਝੂਠ ਦੇ ਪਲੰਦੇ ਆ। ਉਦੋਂ ਕਹਿੰਦੇ ਸੀ ਜੀ ਲਾਲ ਬੱਤੀ ਕਲਚਰ ਖਤਮ ਕਰਾਂਗੇ, ਤੁਸੀਂ ਵੇਖ ਰਹੇ ਹੋ ਪਾਇਲਟ ਅੱਗੇ ਲੱਗੀਆਂ ਨੇ, ਪਿੱਛੇ ਲੱਗੀਆਂ ਨੇ, ਲਾਲ ਬੱਤੀ ਵੀ ਹੈਗੀ ਆ, ਸਭ ਕੁਝ ਸਿਕਿਉਰਿਟੀ ਹੈਗੀ ਆ। ਉਦੋਂ ਕਹਿੰਦੇ ਸੀ ਵੀ ਇਹਨੂੰ ਖਤਰਾ ਕਾਹਦਾ ਵਾ, ਮੰਤਰੀ ਕਿਉਂ ਇੰਨੀ ਸਿਕਿਉਰਿਟੀ ਲਈ ਫਿਰਦੇ ਆ, ਅੱਜ ਇਹ ਆਪ ਕਿਉਂ ਲਈ ਫਿਰਦੇ ਆ, ਲੋਕਾਂ ਦੀਆਂ ਸਿਕਿਉਰਿਟੀਆਂ ਲਾ ਲੀਆਂ। ਇਹ ਵੇਖੋ ਟੋਟਲ ਸਟੰਟ ਵਾਲੀ ਝੂਠ ਦੀ ਸਰਕਾਰ ਆ। ਐਵੇਂ ਉਹਨਾਂ ਲਾ ਕੇ ਸਿਕਿਉਰਿਟੀਆਂ ਤੇ ਪਬਲਿਸਿਟੀ ਕਰਨ ਦੇ ਆ ਕਿ ਅਸੀਂ ਲਾਹਤੀਆਂ ਜੀ ਆਪਣੀਆਂ ਲਾਉਣਾ। ਸਾਥ ਦੇਗੀ ਜੀ ਅਕਾਲੀ ਦਲ ਦਾ, ਕਾਂਗਰਸ ਦਾ ਜਾਂ ਹੋਰ ਪਾਰਟੀਆਂ ਦਾ? ਸਾਡੇ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਆ ਕਿ ਦੂਜੀਆਂ ਪਾਰਟੀਆਂ ਇਹਨਾਂ ਕੋਲੋਂ ਰਾਜ ਭਾਗ ਖੋਹ ਕੇ ਤੇ ਸੈਂਟਰ ਤੇ ਵਿਸ਼ਵਾਸ ਕਰਨ ਲਈਆਂ ਨੇ। ਜਿਹੜੀ ਕਾਂਗਰਸ ਦੇ ਪਾਰਟੀ ਦੇ ਅਕਸ਼ੇ ਹੋਣੀ ਆ ਜਾਂ ਇਹ ਤਲਵੀਰ ਹੋਣੀ ਅਕਾਲੀ ਦਲ ਵਾਲੇ ਆ, ਇਹਦਾ ਮਤਲਬ ਉਹਨਾਂ ਨੂੰ ਇਹਨਾਂ ਨਾਲੋਂ ਫਿਰ ਭਾਰਤੀ ਜਨਤਾ ਪਾਰਟੀ ਦੇ ਵਿਸ਼ਵਾਸ ਆ ਕਿ ਇੱਥੇ ਗਵਰਨਰ ਰਾਜ ਲਾ ਦਿਓ ਜੀ। ਇਹ ਗੱਲ ਦੱਸਦੀ ਆ ਆਪਣੇ ਤੁਹਾਡੀ ਸਪੋਰਟ ਕਰਨ ਵਿਰੋਧੀ ਤੁਹਾਡੀ ਤਾਰੀਫ ਕਰਨ ਤੇ ਫਿਰ ਮਜ਼ਾ ਉਦੋਂ ਆਉਂਦਾ ਆ। ਤੁਸੀਂ ਸਪੋਰਟ ਕਰੋਗੇ ਕਿ ਨਹੀਂ? ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਦੇ ਆ, ਬਿਲਕੁਲ। ਵੇਖੋ 2 ਬੜੇ ਵੱਡੇ ਮੰਨੇ ਪ੍ਰਮੰਨੇ ਮਾਰੇ ਗਏ ਆ। ਚੋਰੀ ਹਰ ਗਲੀ ਵਿੱਚ, ਹਰ ਮੋੜ ਤੇ ਆ। ਜੋ ਮੈਂ ਕਹਿ ਰਿਹਾ ਵਾਂ, ਜਿਹਨੇ ਵੀ ਕਮੈਂਟ ਕਰਨਾ ਉਹ ਵੇਖ ਕੇ ਦੱਸੇ ਵੀ ਉਹਦੇ ਗਵਾਂਢ ਚੋਰੀ ਨਹੀਂ ਹੁੰਦੀ। ਚੋਰੀ ਦੀ ਤਾਂ ਰਿਪੋਰਟ ਦਰਜ ਕਰਨੀ ਬੰਦ ਕਰਤੀ ਆ ਪੁਲਿਸ ਨੇ। ਤੇ ਧੰਨ ਭਾਗ ਆ ਉਹਨਾਂ ਦੇ ਜਿਹੜੇ ਜਾਗਦੀਆਂ ਜ਼ਮੀਰਾਂ ਨੇ ਸਰਕਾਰ ਲਿਆਂਦੀ ਆ। ਤੇ ਗਾਲਾਂ ਬੜੀਆਂ ਕੱਢਦੇ ਹੁੰਦੇ ਸੀਗੇ, ਹਰ ਬੰਦੇ ਨੂੰ ਗਾਲਾਂ ਕੱਢਦੇ ਸੀ। ਉਹ ਸੁਸਰੀ ਵਾਂਗੂ ਸੌਂ ਗਿਆ, ਪਤਾ ਨਹੀਂ ਕਿੱਥੇ ਚਲ ਗਿਆ, ਜਾਂ ਜ਼ਮੀਰ ਮਰ ਗਈ ਉਹਨਾਂ ਦੀ ਜਾਪਦੀ। ਹੁਣ ਕਮੈਂਟ ਨਹੀਂ ਕਰਦੇ, ਇਹਨਾਂ ਨੂੰ ਪੁੱਛਣ ਸੀਗੇ ਕਿ ਤੁਹਾਡੀ ਸਰਕਾਰ ਲਿਆਂਦੀ ਆ ਤੇ ਤੁਸੀਂ ਕਰਦੇ ਕੀ ਯਾਰ? ਆ ਜੋ ਇਹਨਾਂ ਨੇ ਕੀਤਾ ਵਾ, ਜੋ ਨੁਕਸਾਨ ਪੰਜਾਬ ਦਾ ਹੋ ਗਿਆ ਵਾ, ਉਹਦਾ ਹਿਸਾਬ ਤਾਂ ਪੁੱਛਣ। ਹੁਣ ਬਾਕੀਆਂ ਉਹ ਹਿਸਾਬ ਪੁੱਛਦੇ ਸੀ, ਉਹ ਗਾਲਾਂ ਕੱਢ ਹਿਸਾਬ ਪੁੱਛਦੇ ਗਏ। ਹੁਣ ਕਿੱਥੇ ਗਏ ਉਹ? ਉਹਦੇ ਹਜੇ ਵੀ ਕਹਿੰਦੇ ਮੌਕਾ ਦੇਣਾ ਚਾਹੀਦਾ। ਕਾਹਦਾ ਮੌਕਾ ਦੇਣਾ ਚਾਹੀਦਾ? ਹੋਰ ਕਿੰਨੇ ਮਾਰਨੇ ਯਾਰ, ਹੋਰ ਮਾਰਨੇ ਕਿੰਨੇ ਆ? ਹੋਰ ਮੈਂ ਜਿਹੜਾ ਵੀ ਇਹ ਗੱਲ ਕਹਿੰਦਾ ਆ, ਉਹ ਆਪਣੇ ਆਂਢ ਗਵਾਂਢ ਸਹੁੰ ਖਾ ਕੇ ਦੱਸੇ ਕਿ ਉਹਨੇ ਨਸ਼ਈ ਬੰਦਾ ਕੋਈ ਨਹੀਂ ਮਰਿਆ ਉਹ ਪਿੰਡ ਵਿੱਚ, ਨਸ਼ੇ ਨਾਲ ਓਵਰਡੋਜ਼ ਨਾਲ ਨਹੀਂ ਮਰਿਆ। ਇਹ ਇੱਕ ਹੋਰ ਗੱਲ ਆ ਯਾਰ, ਤੁਸੀਂ ਇਹ ਕਹਿ ਰਹੇ ਹੋ, ਇਹ ਕਹਿੰਦੇ ਇੱਕ ਅੱਧੇ ਕਹਿੰਦੇ ਆ ਸਾਨੂੰ ਟਾਈਮ ਚਾਹੀਦਾ। ਉਹ ਬੀਬੀ ਇੱਕ ਅਨਮੋਲ ਗਗਨ ਆ, ਉਹ ਚੀਕ ਕਹਿੰਦੀ ਸੀ ਕੈਪਟਨ ਸਾਹਿਬ ਅਸਤੀਫਾ ਦਿਓ, ਸ਼ਾਮ ਤੱਕ ਤੁਹਾਨੂੰ ਸਭ ਕੁਝ ਠੀਕ ਕਰਕੇ ਦੇਵਾਂਗੇ, ਕੇਜਰੀਵਾਲ ਠੀਕ ਕਰਕੇ ਦਊਗਾ ਸ਼ਾਮ ਤੱਕ। ਉਹ ਸ਼ਾਮ ਤੱਕ ਦੀਆਂ ਗੱਲਾਂ ਕਰਦੀ ਸੀਗੀ। ਹੁਣ ਤਾਂ ਮਹੀਨੇ 3 ਹੋ ਗਏ, 70 ਦਿਨ ਲੰਘ ਗਏ ਆ, ਹੁਣ ਫਿਰ ਕਾਹਦਾ ਮੌਕਾ ਲੱਭਦੇ ਆ? ਇਹ ਕਰਕੇ ਟੋਟਲ ਫਲੋਪ, ਟੋਟਲ ਝੂਠ ਦੀ ਸਰਕਾਰ ਹੈ। ਸੋ ਟੋਟਲ ਫਲੋਪ ਦੀ ਸਰਕਾਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ, ਕਿਉਂਕਿ ਲਗਾਤਾਰ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਹੁਣ ਭਾਜਪਾ ਦੇ ਉੱਤੇ ਜਿਹੜਾ ਆ ਆਪਣਾ ਭਰੋਸਾ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ। ਤੇ ਲਗਾਤਾਰ ਹੀ ਅੱਜ 30 ਤੋਂ ਵੱਧ ਪਰਿਵਾਰ ਜਿਹੜੇ ਨੇ ਉਹ ਮਜੀਠਾ ਹਲਕੇ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ। ਤੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਤੋਂ ਤੰਗ ਆ ਕੇ ਉਹਨਾਂ ਵੱਲੋਂ ਜਿਹੜੀ ਆ ਬੀਜੇਪੀ ਜੁਆਇਨ ਕੀਤੀ ਹੈ। ਉਹ 2024 ਦੀ ਤਿਆਰੀਆਂ ਜਿਹੜੀਆਂ ਬੀਜੇਪੀ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ। ਹੁਣ ਵੇਖਣਾ ਹੋਵੇਗਾ ਕਿ 2024 ਦੇ ਵਿੱਚ ਬੀਜੇਪੀ ਮੈਂਬਰ ਪਾਰਲੀਮੈਂਟ ਦੀਆਂ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਤੇ ਜਿਹੜਾ 400 ਦਾ ਅੰਕੜਾ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿੱਥੋਂ ਤੱਕ ਸਹੀ ਹੁੰਦਾ ਹੈ। ਕੈਮਰਾਮੈਨ ਮਨੋਜ ਦੇ ਨਾਲ ਗੁਰਪ੍ਰੀਤ ਸਿੰਘ, ਮਜੀਠਾ।